सत श्री अकाल, स्वागत है तुहाडा सारिਆਂ ਦਾ NRI वर्ड ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਬੀਤੇ ਹਫਤੇ ਕੀ ਕੁਝ ਰਿਹਾ ਕੈਨੇਡਾ ਵਿੱਚ ਖਾਸ, ਐਸੇ ਤੇ ਪਾਵਾਂਗੇ ਨਜ਼ਰ ਅੱਜ NRI वर्ड ਵਿੱਚ। ਬੀਤੇ ਦਿਨੀ ਰਿਮੈਂਬਰੈਂਸ ਡੇ ਦੇ ਮੌਕੇ ਤੇ ਫਰਸਟ ਵਰਲਡ ਵਾਰ ਨੂੰ 100 ਸਾਲ ਪੂਰੇ ਹੋਣ ਤੇ ਜਿੱਥੇ ਵੈਟਰਨਸ ਨੂੰ ਯਾਦ ਕੀਤਾ ਗਿਆ, ਉੱਥੇ ਹੀ ਫਰਸਟ ਵਰਲਡ ਵਾਰ ਵਿੱਚ ਸਿੱਖਾਂ ਵੱਲੋਂ ਪਾਈ ਯੋਗਦਾਨ ਨੂੰ ਸਮਰਪਿਤ ਸਿੱਖ ਹੈਰੀਟੇਜ ਮਿਊਜ਼ੀਅਮ ਵਿਖੇ ਇੱਕ ਐਗਜ਼ੀਬਿਸ਼ਨ ਵੀ ਲਗਾਈ ਗਈ, ਜਿਸ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਸੀ ਤੇ ਇਸ ਨੂੰ ਨਾਂ ਦਿੱਤਾ ਗਿਆ ਸੀ ਵਿਕਟਰੀ ਐਂਡ ਵੈਲੋਰ। ਇਸ ਸਾਲ 11 ਨਵੰਬਰ ਨੂੰ ਪਹਿਲੀ ਵਿਸ਼ਵ ਜੰਗ ਖਤਮ ਹੋਣ ਦੇ 100 ਸਾਲ ਪੂਰੇ ਹੋ ਗਏ ਹਨ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਫਰਸਟ ਵਰਲਡ ਵਾਰ ਦੌਰਾਨ ਸਿੱਖ ਭਾਈਚਾਰੇ ਵੱਲੋਂ ਵਿਸ਼ਵ ਦੇ ਇਤਿਹਾਸ ਵਿੱਚ ਪਾਏ ਗਏ ਯੋਗਦਾਨ ਸੰਬੰਧੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਵਿਕਟਰੀ ਐਂਡ ਵੈਲਰ ਪ੍ਰਦਰਸ਼ਨੀ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਵਿਖੇ ਲਗਾਈ ਗਈ ਸੀ, ਜਿਸ ਵਿੱਚ ਦਰਸਾਇਆ ਗਿਆ ਕਿ ਮੌਲਟਨ ਵਿਖੇ ਕਈ ਸਟਰੀਟਸ ਦੇ ਨਾਮ ਅਤੇ 에ਅਰਪੋਰਟ ਦਾ ਸਿੱਖਾਂ ਅਤੇ ਪਹਿਲੀ ਵਿਸ਼ਵ ਜੰਗ ਨਾਲ ਕੀ ਸੰਬੰਧ ਹੈ। ਨਹੀਂ, ਸਾਨੂੰ ਬਹੁਤ ਮਾਣ ਵਾ ਕਿ ਜਿਹੜੇ ਸਾਡਾ ਹਿੱਸਾ ਆ ਸਿੱਖਾਂ ਦਾ ਹਿੱਸਾ ਵਰਲਡ ਵਾਰ 1 ਐਂਡ ਵਰਲਡ ਵਾਰ 2 ਵਿੱਚ ਕਿ ਇੰਨੀ ਗਿਣਤੀ ਨਾਲ ਕੌਮ ਦੇ ਹਿਸਾਬ ਨਾਲ ਸਾਡਾ ਬਹੁਤ ਵੱਡਾ ਹਿੱਸਾ ਸੀਗਾ, ਬਹੁਤ ਵੱਡੇ ਕੁਰਬਾਨੀਆਂ ਅਸੀਂ ਕੀਤੀਆਂ ਸੀਗੀਆਂ ਨਾ। ਇਹ ਵੀ ਇੰਪੋਰਟੈਂਟ ਚੀਜ਼ ਵਾ ਕਿ ਅਸੀਂ ਉੱਤੇ ਸਪਟੈਂਬਰ 1914 ਵਿੱਚ ਪਹੁੰਚੇ ਸੀਗੇ ਵਰਲਡ ਵਾਰ 1 ਫਰਾਂਸ ਵਿੱਚ ਨਾ, ਖਾਸ ਕੈਨੇਡਾ ਤੌਰ 'ਤੇ ਮੁਲਕ 1915 ਵਿੱਚ ਵਰਲਡ ਵਾਰ 1 ਵਿੱਚ ਪਹੁੰਚਿਆ ਸੀਗਾ ਹਿੱਸਾ ਲੈਣ ਨੂੰ। ਸੋ ਸਾਨੂੰ ਜਿਹੜੇ ਇਹ ਰਿਮੈਂਬਰੈਂਸ ਡੇ ਹੁੰਦਾ ਆ ਹਰੇਕ ਸਾਲ ਸਾਡੀ ਕਮਿਊਨਿਟੀ ਨੂੰ ਜਿਹੜੇ ਰਿਮੈਂਬਰੈਂਸ ਡੇ ਪਾਪੀ ਸਾਨੂੰ ਰਿਮੈਂਬਰ ਕਰਨਾ ਚਾਹੀਦਾ ਹੈ। ਜਿਹੜੇ ਫੌਜੀਆਂ ਨੇ ਇੰਨਾ ਕੁਰਬਾਨੀਆਂ ਕੀਤੀਆਂ ਸਾਡੇ ਲਈ ਕਿ ਜਿਹੜੇ ਅੱਜ ਕੱਲ੍ਹ ਇੱਧਰ ਮੁਲਕਾਂ ਵਿੱਚ ਅਸੀਂ ਰਹਿ ਸਕਦੇ, ਜਿਹੜੇ ਸਾਡੇ ਰਾਈਟਸ ਐਂਡ ਫਰੀਡਮਸ ਵਗੈਰਾ ਲਈ ਉਸ ਚੀਜ਼ਾਂ ਲਈ ਉਹ ਲੜੇ ਸੀਗੇ। ਸਾਨੂੰ ਹਰੇਕ ਸਾਲ ਬਹੁਤ ਵੱਡਾ ਰਿਸਪਾਂਸ ਮਿਲਦਾ ਹੈ ਕਮਿਊਨਿਟੀ ਵਿੱਚ। ਇਹ ਐਕਚੁਅਲੀ ਸਾਡਾ 7ਵੀਂ ਐਗਜ਼ੀਬਿਸ਼ਨ ਅਸੀਂ ਲਾਇਆ ਵਾ। ਪਿਛਲੇ 6 ਹਫ਼ਤੇ ਵਿੱਚ ਅਸੀਂ ਕੈਲਗਰੀ ਵੀ ਗਏ ਆ, ਆਟਵਾ ਵੀ ਗਏ ਆ, ਟੋਰਾਂਟੋ ਵੱਖਰੇ ਸਕੂਲਾਂ 'ਚ ਵੀ ਅਸੀਂ ਐਗਜ਼ੀਬਿਸ਼ਨ ਲਾਇਆ ਨਾ, ਅਤੇ ਆਪਣੇ ਮਿਊਜ਼ੀਅਮ ਵਿੱਚ ਵੀ ਅਸੀਂ ਲਾਇਆ ਨਾ। ਅਸੀਂ ਪਹਿਲਾਂ ਇਹ ਇਵੈਂਟ ਅਸੀਂ 2011 ਵਿੱਚ ਸ਼ੁਰੂ ਕੀਤਾ ਸੀ ਕਿ ਅਸੀਂ ਕਹਿੰਦੇ ਸੀਗੇ ਕਿ ਉਹ ਇੰਟਰਸਟਿੰਗ ਐਨੀਵਰਸਰੀ ਸਾਲ ਸੀਗਾ ਕਿ 11/11/11। ਸੋ ਜਿਹੜਾ ਸਾਲ ਸੀਗਾ, ਜਿਹੜਾ ਮਹੀਨਾ ਸੀਗਾ, ਨਾ ਜਿਹੜਾ ਦਿਨ ਸੀਗਾ, ਸਾਰੇ 11/11/11 ਸੀਗੇ। ਸੋ ਉਸ ਹਿਸਾਬ ਨਾਲ ਅਸੀਂ ਉਸ ਸਾਲ ਪਹਿਲਾਂ ਇਵੈਂਟ ਅਸੀਂ ਸ਼ੁਰੂ ਕੀਤਾ ਸੀਗਾ। 1914 ਤੋਂ 1918 ਤੱਕ ਚੱਲੀ ਪਹਿਲੀ ਵਿਸ਼ਵ ਜੰਗ ਵਿੱਚ ਹਜ਼ਾਰਾਂ ਸਿੱਖਾਂ ਨੇ ਆਪਣੇ ਯੂਰੋਪੀਅਨ, ਕੈਨੇਡੀਅਨ, ਆਸਟ੍ਰੇਲੀਅਨ ਅਤੇ ਹੋਰਨਾਂ ਹਮਰੁਤਬਾ ਸਾਥੀਆਂ ਨਾਲ ਸ਼ਹਾਦਤ ਦਾ ਜਾਮ ਪੀਤਾ। ਪੱਛਮੀ ਫਰੰਟ ਉੱਤੇ ਆਪਣੇ ਭਾਈਵਾਲਾਂ ਨੂੰ ਹਾਰ ਤੋਂ ਬਚਾਉਣ ਲਈ ਸਿੱਖਾਂ ਨੇ ਆਪਣੇ ਭਾਰਤੀ ਭਰਾਵਾਂ ਨਾਲ ਰਲ ਕੇ ਪਹਿਲੀ ਵਿਸ਼ਵ ਜੰਗ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਲੰਮਾ ਸਮਾਂ ਲੜਾਈ ਲੜੀ ਸੀ। ਦੁਸ਼ਮਣੀ ਅਤੇ ਰੌਲਾ ਮੁੱਕਣ ਤੋਂ ਬਾਅਦ ਸਿੱਖ ਜੰਗਜੂਆਂ ਨੂੰ ਯੂਰਪ ਅਤੇ ਕਈ ਭੁੱਲੇ ਵਿਸਰੇ ਮੁਹਾਜਾਂ ਉੱਤੇ ਸਰਗਰਮ ਭੂਮਿਕਾ ਵੀ ਨਿਭਾਉਣੀ ਪਈ। ਟਰਕੀ, ਮਿਸਰ, ਜਰਮਨੀ, ਈਸਟ ਅਫਰੀਕਾ, ਰਸ਼ੀਆ ਅਤੇ ਚੀਨ ਵਿੱਚ ਸਿੱਖਾਂ ਨੂੰ ਵੱਖਰੀ ਪਹਿਚਾਣ ਮਿਲੀ ਅਤੇ ਪੂਰੀ ਦੁਨੀਆ ਵਿੱਚ ਨਿਡਰ ਯੋਧਿਆਂ ਵਜੋਂ ਸਿੱਖਾਂ ਦਾ ਨਾਮ ਹੋਇਆ। It's an amazing event. There's history that I never knew about, and I'm definitely learning a lot, as are the other people that are here at this event as well. It's definitely overwhelming learning all this history, and definitely a surprise and shock to me of how far it dates back. If there's one thing I could say to the community, it's that we need to know about this history, learn about this history, so we could pave a path forward to us, because they made that sacrifice. We have to honor and remember them, just like every other soldier that made the ultimate sacrifice. ਸਾਡੇ ਆਪਣੇ ਵੀ ਦਾਦੇ, ਕਈਆਂ ਦੇ ਦਾਦੇ ਪੜਦਾਦੇ, ਮੰਮੀ ਡੈਡੀ ਕਈਆਂ ਦੇ ਪੂਰੇ ਹੋਏ ਆ ਲੜਾਈਆਂ ਦੇ ਵਿੱਚ। ਸਾਨੂੰ ਰਿਮੈਂਬਰੈਂਸ ਇਹ ਚੇਤਾ ਕਰਾਉਂਦਾ ਹੈ ਕਿ ਹਾਂ ਲੋਕੀ ਕਈ ਆਏ ਆ ਅਤੇ ਕਈ ਗਏ ਆ ਜਿਹੜੇ ਮਤਲਬ ਸੱਚ 'ਤੇ ਖੜ੍ਹੇ ਸੀ, ਤਾਂ ਉਹ ਸੱਚ ਲਈ ਮਤਲਬ ਜਾਣਾ ਪਿਆ ਆ। ਸੋ ਬੱਚਿਆਂ ਨੂੰ ਕਈ ਵਾਰੀ ਹੁਣ ਅੱਜ ਕੱਲ੍ਹ ਮਤਲਬ ਗੇਮਾਂ ਵੀ ਸ਼ੁਰੂ ਹੋ ਗਈਆਂ। ਅਸੀਂ ਤਾਂ ਚਲੋ ਲੱਕੜ ਦੀਆਂ ਮਤਲਬ ਪਿਸਤੌਲਾਂ ਨਾਲ ਖੇਲੇ ਸਾਡੇ ਟਾਈਮ ਦੇ ਵਿੱਚ, ਤਾਂ ਪਰ ਅੱਜ ਕੰਪਿਊਟਰ ਗੇਮਸ ਵਿੱਚ they live these kind of lifestyles. But you have to remember that there was sacrifice given. ਆ ਜਿਹੜੀ ਲਾਈਫ ਆ, ਜਿਹੜਾ ਮੁਲਕ ਕੈਨੇਡਾ ਆ, ਇਹ ਸੈਕਰੀਫਾਈਸ ਦੇ ਨਾਲ ਮਤਲਬ ਬਣਾਇਆ ਗਿਆ। ਸੋ we always have to be ready for the call. ਜ਼ਿਕਰਯੋਗ ਹੈ ਕਿ ਵਿਕਟਰੀ ਐਂਡ ਵੈਲਰ ਦ ਸਿੱਖਸ ਇਨ ਵਰਲਡ ਵਾਰ 1 ਪ੍ਰਦਰਸ਼ਨੀ ਪਹਿਲੀ ਵਿਸ਼ਵ ਜੰਗ ਵਿੱਚ ਸਿੱਖਾਂ ਵੱਲੋਂ ਪਾਏ ਅਹਿਮ ਪਰ ਭੁਲਾਏ ਜਾ ਚੁੱਕੇ ਯੋਗਦਾਨ ਅਤੇ ਸਿੱਖ ਸੈਨਿਕਾਂ ਦੇ ਤਜਰਬਿਆਂ ਨੂੰ ਸਾਂਝਾ ਕਰਨ ਦਾ ਇੱਕ ਵਿਸ਼ੇਸ਼ ਉਪਰਾਲਾ ਸੀ। ਬੀਤੇ ਦਿਨੀ ਮਿਸਿਸਾਗਾ ਵਿੱਚ ਇੱਕ ਪਰਿਵਾਰ ਕਾਰ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਵਿੱਚ 31 ਸਾਲਾਂ ਦੀ ਔਰਤ ਖੁਸ਼ਬੂ ਡੋਗਰਾ, 3 ਸਾਲ ਦਾ ਬੱਚਾ ਪ੍ਰਕ੍ਰਿਤ ਡੋਗਰਾ ਦੀ ਮੌਕੇ ਤੇ ਮੌਤ ਹੋ ਗਈ। ਖੁਸ਼ਬੂ ਡੋਗਰਾ ਦਾ ਪਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਤਰਾਸਦੀ ਇਹ ਹੈ ਕਿ ਉਸ ਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਕਿ ਉਸਨੇ ਆਪਣੀ ਪਤਨੀ ਤੇ ਬੱਚੇ ਨੂੰ ਖੋ ਦਿੱਤਾ ਹੈ।
खुशबू डोगरा ਅਤੇ ਪ੍ਰਕ੍ਰਿਤ ਡੋਗਰਾ ਲਈ ਕਮਿਊਨਿਟੀ ਵੱਲੋਂ ਕੈਂਡਲ ਲਾਈਟ ਵਿਜਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਇੰਪੇਅਰਡ ਡਰਿੰਕ ਐਂਡ ਡਰਾਈਵਿੰਗ ਪ੍ਰਤੀ ਅਵੇਅਰਨੈਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਾਲ ਹੀ ਇਸ ਪਰਿਵਾਰ ਲਈ ਫੰਡ ਰੇਜ਼ ਵੀ ਕੀਤਾ ਗਿਆ। ਮਿਸੀਸਾਗਾ ਤੇ ਸੈਲੀਬ੍ਰੇਸ਼ਨ ਸਕੁਅਰ ਵਿਖੇ ਖੁਸ਼ਬੂ ਡੋਗਰਾ ਅਤੇ ਪ੍ਰਕ੍ਰਿਤ ਡੋਗਰਾ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇਣ ਲਈ ਕੈਂਡਲ ਲਾਈਟ ਵਿਜਲ ਰੱਖਿਆ ਗਿਆ। 31 ਸਾਲਾ ਖੁਸ਼ਬੂ ਡੋਗਰਾ ਅਤੇ ਉਸਦੇ 3 ਸਾਲ ਦੇ ਬੱਚੇ ਪ੍ਰਕ੍ਰਿਤ ਡੋਗਰਾ ਦੀ ਬੀਤੇ ਦਿਨੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਬਰਨਹੈਮਥੋਰਪ ਰੋਡ ਅਤੇ ਮੇਵਿਸ ਰੋਡ ਨੇੜੇ ਵਾਪਰੇ ਸੜਕ ਹਾਦਸੇ ਦੇ ਵਿੱਚ ਖੁਸ਼ਬੂ ਦੇ ਹਸਬੈਂਡ ਸੰਕੇਤ ਡੋਗਰਾ ਅਤੇ ਉਹਨਾਂ ਦੇ ਪਿਤਾ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸਨ ਅਤੇ ਫਿਲਹਾਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇਹ ਕੈਂਡਲ ਲਾਈਟ ਵਿਜਲ ਲੋਕਾਂ ਨੂੰ ਸੁਰੱਖਿਅਤ ਅਤੇ ਜ਼ਿੰਮੇਵਾਰ ਨਾਲ ਡਰਾਈਵਿੰਗ ਦੀ ਅਹਿਮੀਅਤ ਦੱਸਣ ਤੇ ਇਸ ਬਾਰੇ ਉਹਨਾਂ ਨੂੰ ਜਾਗਰੂਕ ਕਰਨ ਲਈ ਵੀ ਰੱਖਿਆ ਗਿਆ ਸੀ। Speeding is deadly. The statistics show that 1 in 3 speeding drivers involved in a fatal crash have been drinking. With impaired driving, it is the leading criminal cause of death and injury in Canada. So think before you get behind the wheel. Think about Khushbu, think about Prakrit, and make the right decision, because in the blink of an eye, lives can be changed forever. This obviously is something that is completely unimaginable. When I heard of this tragic event, my wife and I, we looked at our daughters and realized how fragile things are, how fragile life is. And that's why we're here today, because we recognize it could have been any one of us in that car. And that's why we're here to pay our respects to the Dogra family in Khushbu and Prakrit who passed away. And of course, our thoughts and prayers are with Sanket as well, and wish him a speedy recovery. It's a horrific tragedy. It's heart-wrenching. Loss is irreparable. No family should have to go through that, what Dogra family has gone through. May the departed souls rest in peace. And for Sanket, I hope fast and speedy recovery. It's times like these when we find ourselves quite speechless to say, what can we say that will ease the pain of those that are suffering? And we know that it's not much. And that comfort really comes from us being together. That comfort really comes from us being there to support a family that is in pain, a family that is suffering, and understanding what we need to do together as a community to really make our community that much safer, to ensure that we are practicing safe driving, to ensure that we are staying together in good times, but also in hurtful times like these. Communities play a vital role when we overcome such deep losses. So I encourage everybody to support the GoFundMe initiative and also to bring awareness about road safety, about impaired driving. Think about a minute. Let's do awareness for drinking and driving. So my thoughts and prayers with Sanket. I wish him very speedy recovery. Thank you for the organizing this event. We stand with you, Dogra family, and we have prayers and thoughts with you. This was such a senseless act, and it's a reminder to all of us, to our duty as individuals, as citizens, to ensure this never happens again. ਫਿਊਨਰਲਸ, ਫੈਮਿਲੀ ਟਰੈਵਲ ਅਤੇ ਸੰਕੇਤ ਡੋਗਰਾ ਦੀ ਮਦਦ ਲਈ ਕਰਾਊਡ ਫੰਡਿੰਗ ਕੈਂਪੇਨ ਅਧੀਨ ਲਗਭਗ $45,000 ਫੰਡਸ ਵਜੋਂ ਇਕੱਤਰ ਕੀਤੇ ਗਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸੰਕੇਤ ਡੋਗਰਾ ਲਾਈਫ ਸੇਵਿੰਗ ਹਾਰਟ ਐਂਡ ਬ੍ਰੇਨ ਸਰਜਰੀ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋਣ ਤੱਕ ਕੰਮ ਨਹੀਂ ਕਰ ਸਕਣਗੇ। ਜੇ ਹਾਦਸਾ ਹੋਇਆ ਇੰਪੇਅਰਡ ਡਰਾਈਵਿੰਗ ਦਾ, ਮੇਰੇ ਖਿਆਲ ਸੇ ਬੰਦੇ ਨੂੰ ਡਰਿੰਕ ਐਂਡ ਡਰਾਈਵ ਨਹੀਂ ਕਰਨੀ ਚਾਹੀਦੀ। ਇਹ ਹਾਦਸਾ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ ਹੈ। ਇੰਪੇਅਰਡ ਡਰਾਈਵਿੰਗ ਬਹੁਤ ਗਲਤ ਚੀਜ਼ ਹੈ। ਸਾਡੇ ਵਾਸਤੇ ਤਾਂ ਬਹੁਤ ਵੱਡਾ ਲਾਸ ਹੋ ਹੀ ਗਿਆ, ਪਰ ਅੱਗੇ ਫਿਊਚਰ ਵਿੱਚ ਬੰਦਿਆਂ ਨੂੰ ਖਿਆਲ ਰੱਖਣਾ ਚਾਹੀਦਾ। ਡਰਾਈਵਿੰਗ ਨੂੰ ਡਰਿੰਕ ਦੇ ਨਾਲ ਮਿਕਸ ਨਹੀਂ ਕਰਨਾ ਚਾਹੀਦਾ।
in general, impaired driving is definitely, it shouldn't happen. ਕਿਸੇ ਦੀ ਗਲਤੀ ਕਿਸੇ ਨੂੰ ਬਹੁਤ ਜ਼ਿਆਦਾ ਮਹਿੰਗੀ ਪੈ ਗਈ ਹੈ, ਬਟ ਐਜ਼ ਫਾਰ ਐਜ਼ ਇਹ ਕੇਸ ਦੇ ਗੱਲ ਦੀ ਆਪਾਂ ਕੰਸਰਨ ਦੇ ਗੱਲ ਕਰੀਏ ਤਾਂ ਪੁਲਿਸ ਇਨਵੈਸਟੀਗੇਸ਼ਨ ਹਾਲੇ ਵੀ ਚੱਲ ਰਹੀ ਹੈ ਅਤੇ ਸਾਡੇ ਕੋਲ ਹਾਲੇ ਕੋਈ ਫੈਕਟਸ ਨਹੀਂ ਆਏ ਹੈ ਕਿ ਕਿਸ ਕਾਰਨ ਐਕਸੀਡੈਂਟ ਹੋਇਆ ਸੀਗਾ। ਅਤੇ ਆਈਡ ਆਲਸੋ ਰਿਕੁਐਸਟ ਕਮਿਊਨਿਟੀ ਕਿ ਅਸੀਂ ਪੁਲਿਸ ਰਿਪੋਰਟ ਦੀ ਵੀ ਵੇਟ ਕਰੀਏ। ਐਂਡ ਜਿੱਦਾਂ ਮੇਰੇ ਵੱਡੇ ਬ੍ਰਦਰ ਨੇ ਕਿਹਾ ਕਿ impaired driving is definitely, if that's the cause of the accident, ਤੇ it shouldn't happen again to anybody, and that's it. ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਏਗੀ ਅਤੇ ਫਿਲਹਾਲ ਪੁਲਿਸ ਫੋਰੈਂਸਿਕ ਟੈਸਟਿੰਗ ਦੀ ਉਡੀਕ ਕਰ ਰਹੀ ਹੈ। ਵੀਡੀਓ ਐਵੀਡੈਂਸ ਅਤੇ ਹੋਰ ਵਿਟਨੈਸਸ ਦੀ ਭਾਲ ਵੀ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦੀ ਗੱਡੀ ਨਾਲ ਟੱਕਰ ਹੋਈ ਸੀ ਉਹ ਡਰੰਕ ਸੀ ਅਤੇ ਉਸ ਦੀ ਉਮਰ 18 ਸਾਲ ਦੱਸੀ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ। ਜਾਂਚ ਖਤਮ ਹੋਣ ਤੋਂ ਬਾਅਦ ਹਾਦਸੇ ਦੇ ਵਿੱਚ ਸ਼ਾਮਿਲ ਵਿਅਕਤੀ ਉੱਤੇ ਚਾਰजेस ਲਗਾਏ ਜਾਣਗੇ। ਕਾਬਲੇ ਗੌਰ ਹੈ ਕਿ ਇਹ ਵਿਜਿਲ ਲੋਕਾਂ ਨੂੰ ਸੁਰੱਖਿਅਤ ਅਤੇ ਜ਼ਿੰਮੇਵਾਰ ਨਾਲ ਡਰਾਈਵਿੰਗ ਦੀ ਅਹਿਮੀਅਤ ਦੱਸਣ ਅਤੇ ਇਸ ਬਾਰੇ ਉਹਨਾਂ ਨੂੰ ਜਾਗਰੂਕ ਕਰਨ ਲਈ ਰੱਖਿਆ ਗਿਆ ਸੀ। ਇਸ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਆਸ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ। ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਮਿਸਿਸਾਗਾ ਵਿੱਚ ਲਿਵਿੰਗ ਆਰਟ ਸੈਂਟਰ ਵਿੱਚ ਆਯੋਜਿਤ ਕੀਤੇ ਗਏ ਤਾਜ ਦੀਵਾਲੀ ਫੈਸਟੀਵਲ ਵਿੱਚ, ਜਿਸ ਵਿੱਚ ਸੁਖਬੀਰ ਸਿੰਘ ਅਤੇ ਜੋਨੀਤਾ ਗਾਂਧੀ ਦੀ ਪਰਫਾਰਮੈਂਸ ਨੇ ਲੋਕਾਂ ਦਾ ਮਨ ਜਿੱਤ ਲਿਆ। ਕੀ ਕੁਝ ਰਿਹਾ ਇਸ ਫੈਸਟੀਵਲ ਵਿੱਚ ਖਾਸ, ਪਾਉਂਦੇ ਹਾਂ ਇੱਕ ਨਜ਼ਰ। ਮਿਸਿਸਾਗਾ ਦੇ ਲਿਵਿੰਗ ਆਰਟ ਸੈਂਟਰ ਦੇ ਵਿੱਚ ਤਾਜ ਦੀਵਾਲੀ ਫੈਸਟੀਵਲ ਆਫ ਲਾਈਟਸ ਸ਼ੋਅ ਆਯੋਜਿਤ ਕੀਤਾ ਗਿਆ। ਇਸ ਮੌਕੇ ਟੋਲੀਜ਼, ਡਾਂਸਰਸ, ਡੀਜੇ ਪਰਫਾਰਮੈਂਸਸ ਵੀ ਰੱਖੀਆਂ ਗਈਆਂ ਸਨ ਅਤੇ ਇਸ ਸ਼ੋਅ ਦੇ ਵਿੱਚ ਜਿਸ ਚੀਜ਼ ਨੇ ਦਰਸ਼ਕਾਂ ਨੂੰ ਸਭ ਤੋਂ ਜ਼ਿਆਦਾ ਅਟਰੈਕਟ ਕੀਤਾ ਉਹ ਸੀ ਸ਼ਾਨਦਾਰ ਲੇਜ਼ਰ ਫਾਇਰਵਰਕਸ ਡਿਸਪਲੇ। Appreciates that. They want to see events like this because it's an opportunity for them to mingle with the other community, the opportunity for them to spend time with their friends and family. Thank you so much for all of the support that we have gotten from our community in the last couple of years. We hope that the people that weren't able to attend this year can join us next year because it's only a very positive, a very exciting event, and it is only the best way to get in touch with your community, to celebrate with your friends and family, and we really hope we can continue to do this every year. ਇਸ ਇਵੈਂਟ ਦੇ ਵਿੱਚ ਸਿੰਗਰ ਜੋਨੀਤਾ ਗਾਂਧੀ ਅਤੇ ਪ੍ਰਿੰਸ ਆਫ ਭੰਗੜਾ ਸੁਖਬੀਰ ਸਿੰਘ ਨੇ ਆਡੀਅנס ਨੂੰ ਕਾਫੀ ਐਂਟਰਟੇਨ ਕੀਤਾ। शो सारे लिए फ्री सी। अभी हमने एक ब्यूटीफुल परफॉर्मेंसेस देखी हैं बाय द सिंगर सुखबीर एंड जोनीता, एंड इट वाज जस्ट फैंटास्टिक। बहुत डांस किया, बहुत मज़ा आया, और VIP रिसेप्शन वाज वंडरफुल, एंड आई एम वेरी ग्रेटफुल कि मुझे आज इनविटेशन ताजमहल टी से मिला है। व्हाट अ ब्यूटीफुल शो, एंड what can I say, always wonderful to be entertained during this wonderful time of year जहाँ पर family, friends सबके साथ हम celebrate कर सकते हैं। ਜ਼ਿਕਰਯੋਗ ਹੈ ਕਿ ਦੀਵਾਲੀ ਦਾ ਤਿਉਹਾਰ ਕਲਚਰ ਅਤੇ ਹੈਰੀਟੇਜ ਨੂੰ ਸੈਲੀਬ੍ਰੇਟ ਕਰਨ ਲਈ ਸਭ ਤੋਂ ਵੱਡਾ ਕਮਿਊਨਿਟੀ ਫੈਸਟੀਵਲ ਮੰਨਿਆ ਜਾਂਦਾ ਹੈ। ਸੋਚਦਾ ਹੂੰ ਕਿ ਉਹ ਕਿਤਨੇ ਮਾਸੂਮ ਥੇ, ਸੋਚਦਾ ਹੂੰ ਕਿ ਉਹ ਕਿਤਨੇ ਮਾਸੂਮ ਥੇ, ਜਦ ਕਿਆ ਹੋ ਗਏ ਦੇਖਦੇ NRI वर्ड विच फिलहाल समा हो गया एक ब्रेक दा। ब्रेक तो बाद तुहानू दिखावांगे कि किस तरह एक छोटे ਜਿਹੇ ਬੱਚੇ ਨੇ ਗੁਰਬਾਣੀ ਦਾ ਸੁਨੇਹਾ ਤੇ ਕਲੀਨ এনवायरमेंट ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ब्रेक तो बाद तुहाडा स्वागत है ते हुण तुहानू लैके चलदे हां ओंटारियो खालसा दरबार, जिथे लिटिल गार्डनर फिल्म दी स्पैशल स्क्रीनिंग हुई। इस फिल्म विच एक छोटे ਜਿਹੇ ਬੱਚੇ ने गुरबाणी ते क्लीन एनवायरमेंट दा सुनेहा दिता है। की कुछ है फिल्म विच खास, आओ पाउंदे हां एक नज़र। पंजाब दा पानी भी पोल्यूट हो चुका, सो दिस इज ऑल दैट वी अंडरस्टैंड। ਇਹਦੇ ਨਾਲ ਨਤੀਜਾ ਇਹ ਨਿਕਲਣਾ ਕਿ sooner or later people who live there
will die due to pollution. US-based EcoSick organization ਤੇ ਵਿਕਾਸ ਫਾਊਂਡੇਸ਼ਨ ਵੱਲੋਂ ਸ਼ਾਰਟ ਐਨਵਾਇਰਨਮੈਂਟਲ ਮੂਵੀ ਅ ਲਿਟਲ ਗਾਰਡਨਰ ਬਣਾਈ ਗਈ ਹੈ, ਜਿਸ ਦੀ ਬੀਤੇ ਦਿਨੀ ਓਨਟਾਰੀਓ ਖਾਲਸਾ ਦਰਬਾਰ ਵਿਖੇ ਸਪੈਸ਼ਲ ਸਕਰੀਨਿੰਗ ਹੋਈ। ਇਹ ਸਕਰੀਨਿੰਗ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਵਾਤਾਵਰਣ ਦੀ ਸੰਭਾਲ ਦੇ ਸੰਬੰਧ ਵਿੱਚ ਰੱਖੀ ਗਈ ਸੀ। I represent EcoSick organization and I'm from India। ਤੇ ਅਸੀਂ ਜਿਹੜਾ ਅੱਜ ਟੋਰਾਂਟੋ ਦੇ ਡਿਕਸੀ ਰੋਡ ਗੁਰਦੁਆਰਾ ਵਿਖੇ ਜਿਹੜਾ ਪ੍ਰੋਗਰਾਮ ਕੀਤਾ, ਉਹਦੇ 'ਚ ਬੱਚਿਆਂ ਦੇ ਨਾਲ ਤੇ ਜਿਹੜੇ ਉਹਨਾਂ ਦੇ ਮਾਪੇ ਤੇ ਨਾਲ ਉਹਨਾਂ ਦੇ ਫਰੈਂਡਸ ਸੀਗੇ, ਉਹਨਾਂ ਦੇ ਨਾਲ ਅਸੀਂ ਲਿਟਲ ਗਾਰਡਨਰ ਜਿਹੜੀ ਐਨਵਾਇਰਨਮੈਂਟਲ ਸ਼ਾਰਟ ਮੂਵੀ ਹੈ ਉਹ ਇੱਥੇ ਦਿਖਾਈ ਹੈ। ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਾ ਜਿਹੜਾ ਸੰਦੇਸ਼ ਹੈ ਉਹ ਆਪਣੇ ਸਾਡੇ ਸਿੱਖ ਪਨੀਰੀ ਨੂੰ ਦਿੰਦੀ ਆ, ਤੇ ਨਾਲ ਹੀ ਸਾਨੂੰ ਸਾਡੀਆਂ ਰਿਸਪੌਂਸਿਬਿਲਿਟੀਜ਼ ਬਾਰੇ ਦੱਸਦੇ ਕਿ ਮਾਤਾ ਧਰਤ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਸਾਡਾ ਜਜ਼ਬਾ ਕਿੱਦਾਂ ਦਾ ਹੋਣਾ ਚਾਹੀਦਾ ਪਵਨ ਲਈ, ਪਾਣੀ ਲਈ ਤੇ ਸਾਡੀ ਧਰਤੀ ਲਈ। ਨਾਲ ਹੀ ਅਸੀਂ ਪੰਜਾਬ ਦੇ ਵਾਤਾਵਰਣ ਦੇ ਹਾਲਾਤਾਂ ਬਾਰੇ ਦੱਸਿਆ ਕਿ ਪੰਜਾਬ ਦੇ ਵਿੱਚ ਕੇਵਲ 3.5% ਜਿਹੜਾ ਫੋਰੈਸਟ ਕਵਰ ਰਿਹਾ ਤੇ ਪਾਣੀ ਉੱਥੋਂ ਦਾ ਸਾਰਾ ਗੰਦਲਾ ਹੋ ਰਿਹਾ ਲਗਾਤਾਰ, ਤੇ 에ਅਰ ਕੁਆਲਿਟੀ ਜਿਹੜੀ ਹੈ ਬਹੁਤ ਜ਼ਿਆਦਾ ਡਿਟੀਰੀਓਰੇਟ ਹੋ ਚੁੱਕੀ ਹੈ, ਡੇਂਜਰਸ ਲੈਵਲ ਤੱਕ ਪਹੁੰਚ ਚੁੱਕੀ ਆ, ਤੇ ਹਰ ਸਾਲ ਪਾਣੀ ਜਿਹੜੇ 3.5 ਫੁੱਟ ਡੂੰਘੇ ਹੋ ਰਹੇ ਆ। ਤੇ ਪੰਜਾਬ 'ਚ ਜਿਹੜੀ 70% ਸਾਡੀ ਸਿੱਖ ਆਬਾਦੀ ਹੈ ਉਹ ਇੱਕ ਡੇਂਜਰ ਜ਼ੋਨ ਦੇ ਵਿੱਚ ਰਹਿੰਦੀ ਪਈ ਹੈ, ਇੱਕ ਟਾਈਮ ਬੰਬ ਦੇ ਉੱਤੇ ਬੈਠੀ ਆ ਕਿ ਜਿੱਥੇ ਲਗਾਤਾਰ ਉਹ ਗੰਦੀ ਹਵਾ, ਗੰਦਾ ਪਾਣੀ ਤੇ ਗੰਦਾ ਜਿਹੜੀ ਪ੍ਰਦੂਸ਼ਿਤ ਜਿਹੜਾ ਖਾਣਾ ਅਨਾਜ ਖਾ ਕੇ ਉਹ ਮਰਨ ਵੱਲ ਵੱਧ ਰਹੀ ਹੈ, ਬਿਮਾਰੀਆਂ ਵੱਲ ਲਗਾਤਾਰ ਵੱਧ ਰਹੀ ਹੈ। ਅੱਜ ਡਿਕਸੀ ਰੋਡ ਵਿਖੇ ਅਸੀਂ ਅੱਜ ਇਵੈਂਟ ਕੀਤਾ, ਲਿਟਲ ਗਾਰਡਨਰ ਮੂਵੀ ਦੀ ਸਕਰੀਨਿੰਗ ਕੀਤੀ ਹੈ। ਉਸ ਤੋਂ ਬਾਅਦ ਬੱਚਿਆਂ ਨਾਲ ਇੰਟਰੈਕਸ਼ਨ ਕੀਤੀ ਹੈ ਸਾਡੇ ਆਉਣ ਵਾਲੇ ਪ੍ਰੋਜੈਕਟ ਗੁਰੂ ਨਾਨਕ 550। ਜਿਵੇਂ ਆਪ ਜੀ ਨੂੰ ਪਤਾ ਹੈ 2019 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਗੁਰਪੁਰਬ ਆ ਰਿਹਾ ਹੈ, ਤੇ ਅਸੀਂ ਇੱਕ ਪਲਾਨ ਕੀਤਾ, ਇਕੋਸਿਕ ਦਾ ਇੱਕ ਪਲਾਨ ਕੀਤਾ ਹੈ ਕਿ 1 ਮਿਲੀਅਨ ਟਰੀਜ਼ ਅਗਰ ਆਪਾਂ ਪੂਰੀ ਧਰਤੀ ਤੇ ਲਗਾਉਂਦੇ ਹਾਂ ਤੇ ਇਹ ਇੱਕ ਆਪਣੇ ਇੱਕ ਮਦਰ ਅਰਥ ਨੂੰ ਇੱਕ ਬਹੁਤ ਅੱਛਾ ਗਿਫਟ ਹੋਏਗਾ, ਔਰ ਅਸੀਂ ਇਹ ਰਿਪੋਰਟ ਯੂਨਾਈਟਿਡ ਨੇਸ਼ਨਸ ਨੂੰ ਵੀ ਦੇਵਾਂਗੇ, ਔਰ ਉੱਥੋਂ ਇੱਕ ਬੜਾ ਅੱਛਾ ਇੱਕ ਮੈਸੇਜ ਆਏਗਾ ਕਿ ਸਿੱਖਾਂ ਨੇ ਆਪਣੇ ਗੁਰੂ ਦਾ ਜਿਹੜਾ ਜਨਮ ਦਿਨ ਹੈ ਉਹ ਬੜੇ ਅੱਛੇ ਤਰੀਕੇ ਮਨਾਇਆ। ਔਰ ਦੂਸਰਾ ਇੱਕ ਪ੍ਰੋਜੈਕਟ ਅਸੀਂ ਇੱਥੇ ਬੱਚਿਆਂ ਨਾਲ ਡਿਸਕਸ ਕੀਤਾ ਹੈਗਾ ਗੁਰੂ ਨਾਨਕ ਬਾਗ ਮੋਗੇ ਦੇ ਵਿੱਚ ਪੱਤੋ ਹੀਰਾ ਸਿੰਘ ਇੱਕ ਪਿੰਡ ਹੈਗਾ, ਉੱਥੇ ਅਸੀਂ ਗੁਰੂ ਨਾਨਕ ਬਾਗ ਐਸਟੈਬਲਿਸ਼ ਕਰ ਰਹੇ ਹਾਂ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਦਰਖਤਾਂ ਦਾ ਵਰਣਨ ਹੈ ਸਾਰੇ ਉੱਥੇ ਇੱਕ ਜਗ੍ਹਾ ਦੇ ਉੱਤੇ ਇੱਕ ਸ਼ਹਿਰ ਦੇ ਵਿੱਚ ਇਸ ਗੁਰੂ ਨੂੰ ਇਤਿਹਾਸ ਹੈ। ਅ ਲਿਟਲ ਗਾਰਡਨਰ ਦੀ ਸਕਰੀਨਿੰਗ ਭਾਰਤ ਦੇ ਵੱਖ-ਵੱਖ ਸਕੂਲਾਂ ਵਿੱਚ ਵੀ ਕੀਤੀ ਗਈ ਹੈ ਤੇ ਹੁਣ ਕੈਨੇਡਾ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਇਹ ਫਿਲਮ ਵਿਖਾਈ ਜਾ ਰਹੀ ਹੈ ਤਾਂ ਜੋ ਗੁਰੂਆਂ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਦਿੱਤਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਓਨਟਾਰੀਓ ਵਿੱਚ ਹੁਣ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਵੇਲੇ ਹੈਲਮਟ ਤੋਂ ਛੋਟ ਦੇ ਦਿੱਤੀ ਗਈ ਹੈ, ਜਿਸ ਦੇ ਲਈ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਬੀਤੇ 10 ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਇਸੇ ਨੂੰ ਸੈਲੀਬ੍ਰੇਟ ਕਰਦਿਆਂ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਗਾਲਾ ਨਾਈਟ ਦਾ ਆਯੋਜਨ ਕੀਤਾ ਗਿਆ ਹੈ, ਜਿਸ ਦਾ ਪੋਸਟਰ ਬੀਤੇ ਦਿਨੀ ਰਿਲੀਜ਼ ਕੀਤਾ ਗਿਆ। ਹਾਲ ਹੀ ਵਿੱਚ ਓਨਟਾਰੀਓ ਸਰਕਾਰ ਵੱਲੋਂ ਓਨਟਾਰੀਓ ਵਿੱਚ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਵੇਲੇ ਹੈਲਮਟ ਤੋਂ ਛੋਟ ਦਿੱਤੀ ਗਈ ਸੀ। ਇਸ ਲਾਅ ਨੂੰ ਪਾਸ ਕਰਾਉਣ ਲਈ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਬੀਤੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਇਹ ਲਾਅ ਬਣਨ ਤੋਂ ਬਾਅਦ ਹੁਣ ਆਉਂਦੀ 18 ਨਵੰਬਰ ਨੂੰ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇਸ ਜਿੱਤ ਨੂੰ ਸੈਲੀਬ੍ਰੇਟ ਕੀਤਾ ਜਾਏਗਾ। ਬੀਤੇ ਦਿਨੀ ਇਸ ਸੈਲੀਬ੍ਰੇਸ਼ਨ ਗਾਲਾ ਨਾਈਟ ਦਾ ਪੋਸਟਰ ਰਿਲੀਜ਼ ਕੀਤਾ ਗਿਆ, ਜਿੱਥੇ MPP ਪ੍ਰਭਮੀਤ ਸਰਕਾਰੀਆ ਵੀ ਖਾਸ ਤੌਰ ਤੇ ਪਹੁੰਚੇ, ਜਿਨ੍ਹਾਂ ਵੱਲੋਂ ਇਸ ਲਾਅ ਸੰਬੰਧੀ ਬਿੱਲ ਪੇਸ਼ ਕੀਤਾ ਗਿਆ ਸੀ। ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੀ 18 ਨਵੰਬਰ ਨੂੰ ਚਾਂਦਨੀ ਬੈਂਕੁਏਟ ਹਾਲ ਵਿੱਚ 6 ਤੋਂ ਲੈ ਕੇ 9 ਵਜੇ ਤੱਕ ਜੋ ਅਪਰੀਸ਼ੀਏਸ਼ਨ ਗੈਲਾ ਹੋਣਾ ਪ੍ਰੀਮੀਅਰ ਡਗ ਫੋਰਡ ਵਾਸਤੇ ਅਤੇ ਸਮੁੱਚੀ ਸਿੱਖ ਕੌਮ ਲਈ, ਜਿੱਥੇ ਆਪਾਂ ਪਿਛਲੇ ਦਿਨਾਂ 'ਚ ਪਤਾ ਸੀਗਾ ਵੀ ਜੋ ਹੈਲਮਟ ਐਗਜ਼ੈਂਪਸ਼ਨ ਸਿੱਖਾਂ ਨੂੰ ਮਿਲੀ ਹੈਗੀ ਆ, ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਮੈਨੀਟੋਬਾ ਵਿੱਚ ਸਿੱਖਾਂ ਨੂੰ ਮੋਟਰਸਾਈਕਲ ਅਤੇ ਉੱਤੇ ਹੈਲਮਟ ਤੋਂ ਬਗੈਰ ਦਸਤਾਰ ਪਹਿਨ ਕੇ ਚਲਾਇਆ ਜਾਂਦਾ, ਉੱਥੇ ਵੀ ਹੁਣ 18 ਅਕਤੂਬਰ ਤੋਂ ਬਾਅਦ ਇੱਥੇ ontario ਵਿੱਚ ਵੀ ਲਾਗੂ ਕੀਤਾ ਗਿਆ ਸੀਗਾ। ਸੋ ਸਾਨੂੰ ਬਹੁਤ ਮਾਣ ਹੈਗਾ ਜੀ ਆਪਣੇ ਪ੍ਰੀਮੀਅਰ ਡਗ ਫੋਰਡ ਤੇ ਉਹਨਾਂ ਦੀ ਸੈਲੀਬ੍ਰੇਸ਼ਨ ਦੇ ਵਿੱਚ, ਕਮਿਊਨਿਟੀ ਦੀ ਸੈਲੀਬ੍ਰੇਸ਼ਨ ਵਿੱਚ ਆਪਣੇ ਸਿੱਖ ਮੋਟਰਸਾਈਕਲ ਕਲੱਬ ਆਫ ontario ਨੇ ਪ੍ਰੋਗਰਾਮ ਰੱਖਿਆ। ਦੇ ਵਿੱਚ ਬੜੇ ਲੰਮੇ ਸਮੇਂ ਤੋਂ ਦਸਤਾਰ ਦੀ ਪੂਰਨ ਮਾਨਤਾ ਲਈ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਕੈਨੇਡੀਅਨ ਭਾਈਚਾਰੇ ਦੇ ਸਹਿਯੋਗ ਦੇ ਨਾਲ, ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਅਤੇ ਡਗ ਫੋਰਡ ਸਰਕਾਰ ਦੇ ਪੂਰਨ ਸਹਿਮਤੀ ਦੇ ਨਾਲ 18 ਅਕਤੂਬਰ ਨੂੰ ਜਿਹੜੀ ਆ ਦਸਤਾਰ ਦੀ ਪੂਰਨ ਮਾਨਤਾ ਹੋ ਚੁੱਕੀ ਆ। ਹੁਣ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਅਤੇ ਅਲਬਰਟਾ ਵਾਂਗ ontario ਦੇ ਵਿੱਚ ਵੀ ਜਿਹੜੇ ਸਿੱਖ ਉਹ ਮੋਟਰਸਾਈਕਲ ਰਾਈਡ ਕਰਨ ਵੇਲੇ ਦਸਤਾਰ ਪਹਿਨ ਕੇ ਮੋਟਰਸਾਈਕਲ ਚਲਾ ਸਕਦੇ ਆ।
ਇਹ ਭਾਈਚਾਰੇ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਆ ਤੇ ਬੜੀ ਵੱਡੀ ਪ੍ਰਾਪਤੀ ਹੈਗੀ ਆ। ਇਸ ਖੁਸ਼ੀ ਨੂੰ ਸਾਂਝਾ ਕਰਨ ਲਈ, ਮਨਾਉਣ ਦੇ ਲਈ 18 ਨਵੰਬਰ ਨੂੰ ਇੱਕ ਚਾਂਦਨੀ ਬੈਂਕਟ ਹਾਲ ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਦੇ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈਗਾ, ਜਿਹੜਾ ਕਿ ਸ਼ਾਮਾਂ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਚੱਲੂਗਾ, ਜਿਸ ਵਿੱਚ ਫੈਡਰਲ ਲੈਵਲ ਦੇ, ਪ੍ਰੋਵਿੰਸ਼ੀਅਲ ਲੈਵਲ ਦੇ ਲੀਡਰ ਸ਼ਿਰਕਤ ਕਰ ਰਹੇ ਹਨ। ਇਸ ਦੇ ਨਾਲ ਨਾਲ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਸਸਕੈਚੁਅਨ ਤੇ ਨੋਵਾ ਸਕੋਸ਼ੀਆ ਦੀਆਂ ਜਿਹੜੀਆਂ ਸਿੱਖ ਮੋਟਰਸਾਈਕਲ ਕਲੱਬਾਂ ਹੈਗੀਆਂ, ਉਹਨਾਂ ਦੇ ਨੁਮਾਇੰਦੇ ਵੀ ਆਪਣੀ ਹਾਜ਼ਰੀ ਲਗਵਾਉਣਗੇ। ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਇਸ ਟਾਈਮ ਓਨਟਾਰੀਓ ਹੀ ਨਹੀਂ ਬਲਕਿ ਆਲ ਓਵਰ ਵਰਲਡ ਦੇ ਵਿੱਚ ਵਸਣ ਵਾਲੇ ਸਿੱਖਾਂ ਵਾਸਤੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਾਸਤੇ ਬਹੁਤ ਹੀ ਖੁਸ਼ੀ ਦੀ ਖਬਰ ਆਈ ਹੈ, ਜੋ 18 ਅਕਤੂਬਰ ਨੂੰ ਇੱਕ ਕਾਨੂੰਨ ਪਾਸ ਹੋਇਆ ਹੈ। ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਐਲਬਰਟਾ ਦੇ ਵਾਂਗ ਅਸੀਂ ਹੁਣ ਓਨਟਾਰੀਓ ਦੀ ਧਰਤੀ ਤੇ ਵੀ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਦੇ ਹਾਂ। ਇਹ ਕਾਨੂੰਨ ਅਨਸ਼ੋਰਨ ਹੇਅਰ ਜਿਹੜੇ ਸਿੱਖ ਦਸਤਾਰ ਸਜਾਉਂਦੇ ਹਨ ਉਹਨਾਂ ਲਈ ਬਣਿਆ ਹੈ ਓਨਟਾਰੀਓ ਦੀ ਧਰਤੀ ਦੇ ਉੱਤੇ। ਅਸੀਂ ਡਿਕਸੀ ਗਰੁੱਪ ਘਰ ਇਕੱਠੇ ਹੋਏ ਹਾਂ ਸਾਰੇ। ਅਸੀਂ ਅੱਜ ਆਪਣਾ ਗਾਲਾ ਨਾਈਟ ਦਾ, ਸਿੱਖ ਮੋਟਰਸਾਈਕਲ ਕਲੱਬ ਦੀ ਗਾਲਾ ਨਾਈਟ ਦਾ ਪੋਸਟਰ ਰਿਲੀਜ਼ ਕਰਨਾ ਆ। ਅਸੀਂ ਹਰ ਸਾਲ ਗਾਲਾ ਨਾਈਟ ਮਨਾਉਂਦੇ ਹਾਂ। ਇਸ ਸਾਲ ਅਸੀਂ ਗਾਲਾ ਨਾਈਟ 18 ਨਵੰਬਰ ਦਿਨ ਐਤਵਾਰ ਨੂੰ ਮਨਾ ਰਹੇ ਹਾਂ। ਇਸ ਗਾਲਾ ਨਾਈਟ 'ਤੇ ਅਸੀਂ ਬਹੁਤ ਹੀ ਸਾਨੂੰ ਖੁਸ਼ੀ ਆ, ਸਾਰਿਆਂ ਨਾਲ ਬਹੁਤ ਹੀ ਜੋਸ਼ ਆ, ਕਿਉਂਕਿ ਸਾਨੂੰ ਇਸ ਸਾਲ ਹੈਲਮਟ ਦੀ ਐਗਜ਼ੈਂਪਸ਼ਨ ਹੋਈ ਆ। ਅਸੀਂ ਹੁਣ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾ ਸਕਦੇ ਹਾਂ। ਸਾਡੀ ਪੱਗ ਨੂੰ ਪੂਰਨ ਮਾਨਤਾ ਮਿਲੀ ਹੈ ਤੇ ਅਸੀਂ ਇਸ ਈਵੈਂਟ ਦੇ ਵਿੱਚ ਸਾਰਿਆਂ ਨੂੰ ਹੁਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੰਦੇ ਹਾਂ। ਜੀ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ। ਇਹ ਖੁਸ਼ੀ ਮੈਨੂੰ ਬਹੁਤ ਹੈ ਅੱਜ ਕਿ ਅੱਜ ਜੋ ਸਾਡੀ ਇੰਟੀਰੀਅਰ ਮੋਟਰਸਾਈਕਲ ਕਲੱਬ ਹੈ ਡਿਕਸੀ ਗੁਰਦੁਆਰਾ ਸਾਹਿਬ ਵਿਖੇ, ਜੋ ਉਹਨਾਂ ਨੇ ਆਪਣਾ ਇਸ਼ਤਿਹਾਰ ਰਿਲੀਜ਼ ਕੀਤਾ, ਇੱਕ ਜਿੱਤ ਦਾ ਇਹ ਜਿਹੜਾ ਸਿਹਰਾ ਸਾਰੀ ਸਿੱਖ ਕੌਮ ਨੂੰ, ਸਾਰੇ ਕੈਨੇਡੀਅਨ ਨੂੰ ਇਹ ਜਾਂਦਾ ਕਿ ਉਹ ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟਸ ਹਰ ਇੱਕ ਨੂੰ ਮਿਲੇ ਆ, ਮਿਲਣੇ ਵੀ ਆ, ਪਰ ਜੋ ਸਾਡੀ ਸਿੱਖ ਕੌਮ ਨੂੰ 1897 ਤੋਂ ਲੈ ਕੇ ਅੱਜ ਤੱਕ ਜੋ ਸਾਨੂੰ ਹੱਕ ਮਿਲਿਆ, ਜੋ ਮਾਣ ਸਨਮਾਨ ਮਿਲਿਆ, ਦੁਨੀਆ ਦੇ ਹੋਰ ਕਿਸੇ ਵੀ ਦੁਨੀਆ ਦੇ ਮੁਲਕ ਦੇ ਵਿੱਚ ਸਾਨੂੰ ਇਹ ਨਹੀਂ ਮਿਲਿਆ। ਪਰ ਮੈਂ ਆਉਣ ਵਾਲੀ ਪੀੜ੍ਹੀ ਨੂੰ ਇਹ ਬੇਨਤੀ ਕਰਦਾ, ਇਹ ਜੋ ਸਾਨੂੰ ਮਾਣ ਸਨਮਾਨ ਮਿਲਿਆ ਵਾ, ਇਸ ਨੂੰ ਬਰਕਰਾਰ ਤੁਸੀਂ ਰੱਖਣਾ। ਜੋ ਇੰਟੀਰੀਓ ਆਪਣੇ ਮੋਟਰਸਾਈਕਲ ਕਲੱਬ ਜੋ ਅੱਜ ਇੱਥੇ ਡਿਕਸੀ ਗੁਰਦੁਆਰਾ ਸਾਹਿਬ ਆ ਕੇ ਆਪਣਾ ਪੋਸਟਰ ਰਿਲੀਜ਼ ਕੀਤਾ ਵੀ ਜਿਹੜਾ ਇਹਨਾਂ ਨੇ 18 ਨਵੰਬਰ ਨੂੰ ਫੰਕਸ਼ਨ ਰੱਖਿਆ, ਮੈਂ ਸੰਗਤਾਂ ਨੂੰ ਇਹੋ ਹੀ ਬੇਨਤੀ ਕਰਦਾ, ਹੁਮ-ਹੁਮਾ ਕੇ ਇਸ ਕਲੱਬ ਦਾ ਤੁਸੀਂ ਬਹੁਤ ਹੌਸਲਾ ਵਧਾਉਣਾ, ਇਹਨਾਂ ਨੂੰ ਵਧਾਈ ਵੀ ਦੇਣੀ ਆ। ਇਹਨਾਂ ਦੇ ਹਰ ਮੋਢੇ ਨਾਲ ਮੋਢੇ ਜੋ ਵੀ ਕੰਮ ਆ ਸਿੱਖ ਕੌਮ ਦੇ, ਆਪਾਂ ਰਲ ਕੇ ਹੰਭਲਾ ਮਾਰਨਾ ਸਾਰਿਆਂ ਨੇ। ਕਾਫੀ ਲੰਬੇ ਸੰਘਰਸ਼ ਤੋਂ ਬਾਅਦ, ਕਾਫੀ ਔਕੜਾਂ ਨੂੰ ਫੇਸ ਕਰਦੇ ਹੋਏ ਅਖੀਰ ਸਾਡੀ ਇਹ ਜਿਹੜੀ ਮਾਨਤਾ ਓਨਟਾਰੀਓ ਦੀ ਸਰਕਾਰ, ਪੀਸੀ ਸਰਕਾਰ ਨੇ, ਡਗ ਫੋਰਡ ਦੀ ਸਰਕਾਰ ਨੇ ਸਾਨੂੰ ਦੇ ਦਿੱਤੀ ਹੈ। ਤੇ ਅਸੀਂ ਹੁਣ ਉਸ ਦੇ ਵਿੱਚ ਜਿਹੜਾ ਸਾਡੀ ਐਨੂਅਲ ਗਾਲਾ ਹੈ, ਅਸੀਂ ਉਸ ਦੇ ਐਪਰੀਸੀਏਸ਼ਨ ਦੇ ਲਈ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਸੀਂ ਸਮੁੱਚੀ ਓਨਟਾਰੀਓ ਦੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਵਿੱਚ ਸ਼ਮੂਲੀਅਤ ਕਰੋ। ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇਹ ਲਾਅ ਪਾਸ ਕਰਾਉਣ ਲਈ ਬੀਤੇ 10 ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਹੁਣ ਕਲੱਬ ਵੱਲੋਂ ਲੋਕਾਂ ਨੂੰ ਇਸ ਜਿੱਤ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰੀਮੀਅਰ ਡਗ ਫੋਰਡ ਵੀ ਇਸ ਇਵੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। NRI ਵਰਡ ਵਿੱਚ ਫਿਲਹਾਲ ਇੰਨਾ ਹੀ। ਉਮੀਦ ਕਰਦੇ ਹਾਂ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਤੁਸੀਂ ਵੀ NRI ਵਰਡ ਵਿੱਚ ਕੁਝ ਖਾਸ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖੋ। ਸਾਡਾ ਈਮੇਲ ID ਹੈ feedback@bdcnetwork.tv। ਅਗਲੇ ਹਫਤੇ ਫਿਰ ਤੋਂ ਹੋਵੇਗੀ ਮੁਲਾਕਾਤ ਕੈਨੇਡਾ ਭਰ ਦੀਆਂ ਕੁਝ ਹੋਰ ਸਰਗਰਮੀਆਂ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।